ਸੋ ਅੱਜ ਇਸ ਐਗਰੋ ਕਨਕਲੇਵ ਰਾਹੀਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੀ ਇਹ ਕੋਸ਼ਿਸ਼ ਕਿ ਕਿਸਾਨਾਂ ਦੇ ਜੋ ਦਿਲ ਦੀ ਗੱਲ ਹੈ ਉਹ ਉਹਨਾਂ ਤੱਕ ਪਹੁੰਚੇ ਜਿੱਥੇ ਪਹੁੰਚਦਿਆਂ ਹੋਇਆਂ ਇਹਨਾਂ तमाम ਗੱਲਾਂ ਦਾ ਹੱਲ ਮਿਲ ਸਕੇ। ਕੋਸ਼ਿਸ਼ ਅੱਜ ਇਹੀ ਰਹੇਗੀ ਤੇ ਇਸ ਪੈਨਲ ਦੀ ਖਾਸ ਗੱਲ ਇਹ ਰਹੇਗੀ ਕਿ ਕਿਸਾਨਾਂ ਨੂੰ ਜਿਨ੍ਹਾਂ ਤਾਈਂ तमाम ਸਹੂਲਤਾਵਾਂ ਪਹੁੰਚਣੀਆਂ ਨੇ, ਕਿਸਾਨਾਂ ਦੀਆਂ ਮੰਗਾਂ ਜਿੱਥੇ ਜਾ ਕੇ ਸੁਣਵਾਈ ਹੁੰਦੀਆਂ ਨੇ ਜਾਂ ਫਿਰ ਜਿੱਥੋਂ ਰਾਹ ਬਣਦਾ ਉਹ तमाम पैनलिस्ट इस पैनल ਦੇ ਵਿੱਚ ਮੌਜੂਦ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੱਲਬਾਤ ਤੋਰਦਿਆਂ ਹੋਇਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਆਉਂਗੀ ਮੈਂ ਸਾਹਿਬ ਡਾਕਟਰ IAS DK तिवारी जी। सर बहुत स्वागत है जी पंजाब हरियाणा हिमाचल ते तुहाडा। ते जे गल कीती जाए सरकार दे नाल तालमेल दी तां एक अहम कड़ी हो तुसीं सर। ते अज जे गल कीती जाए उन्हां किसानां दी जो कि मोर्चे जित के आए ने दिल्ली तो, राजधानी तो, देश चों मोर्चे जित के आए ने, पर अज पंजाब दे विच एक वखरा संघर्ष छिड़ गया। पंजाब दे विच उन्हां दीयां मंगां ने जिस दे विच कर्ज मुआफ़ी दी मंग है, जिस दे विच ਵਿਆਜ ਰਹਿਤ ਕਰਜ਼ੇ ਦੀ ਮੰਗ ਹੈ, ਜਿਸ ਦੇ ਵਿੱਚ तमाम ਫਸਲਾਂ ਦੇ ਜੋ ਬਕਾਏ ਨੇ ਉਹਨਾਂ ਦੀ ਮੰਗ ਹੈ। ਸੋ ਇਹ तमाम ਜੋ ਕੜੀਆਂ ਨੇ ਉਹ ਤੁਹਾਡੇ ਰਾਹੀਂ ਸਰਕਾਰ ਦੇ ਨਾਲ ਜੁੜਦੀਆਂ ਨੇ। ਉਹਨਾਂ ਕਿਸਾਨਾਂ ਨੂੰ ਕਿਸ ਤਰ੍ਹਾਂ ਭਰੋਸਾ ਦਿਵਾਓਗੇ ਜਾਂ ਫਿਰ ਭਰੋਸਾ ਹੀ ਅੱਜ ਕਿਸਾਨਾਂ ਦੇ ਹਿੱਸੇ ਰਹਿ ਗਿਆ ਹੈ? ਇਹਨਾਂ ਮੁਸ਼ਕਲਾਂ ਦਾ ਹੱਲ ਕਦੋਂ ਹੋਏਗਾ ਸਰ? ਹੈਲੋ, ਸਭ ਤੋਂ ਪਹਿਲੇ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਅਸੀਂ ਕੀਤਾ ਹੈ ਇਹ ਇੱਕ ਖੁੱਲ੍ਹੀ ਬਹਿਸ ਅਸੀਂ ਰੱਖੀ ਹੈਗੀ ਜੀ ਮੀਡੀਆ ਦੇ ਨਾਲ। ਔਰ ਮੇਨ ਮੰਤਵ ਇਹ ਹੈ ਕਿ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਡੂੰਘਾਈ ਦੇ ਵਿੱਚ ਜਾ ਕੇ ਇਹ ਵੇਖਣਾ, ਕਿਉਂਕਿ ਖੇਤੀਬਾੜੀ ਇੱਕ ਇਹੋ ਜਿਹਾ ਸਬਜੈਕਟ ਹੈ ਜਿਸ ਦੇ ਵਿੱਚ ਕੋਈ ਵੀ ਆਪਾਂ ਕੰਮ ਕਰਨਾ ਹੋਵੇ, ਪਾਲਿਸੀ ਬਣਾਉਣੀ ਹੋਵੇ, ਇਹ ਤੁਰੰਤ ਹੋਣ ਵਾਲੀ ਚੀਜ਼ ਨਹੀਂ ਹੈ। ਕਿਉਂਕਿ ਜੇ ਮੰਨ ਲਓ ਕੋਈ ਸੀਜ਼ਨ ਆਉਂਦਾ ਹੈਗਾ, ਅੱਜ ਆਪਾਂ ਕੋਈ ਕ੍ਰੌਪ ਬੀਜਦੇ ਹਾਂ ਜੀ, ਉਹ ਕ੍ਰੌਪ ਮੈਚਿਓਰ ਹੁੰਦੀ ਹੈ, ਫਿਰ ਉਸ 'ਤੇ ਅਗਰ ਕੋਈ ਐਕਸਪੈਰੀਮੈਂਟ ਕਰਦੇ ਨੇ, ਕੋਈ ਪਾਲਿਸੀ ਬਣਾਉਂਦੇ ਨੇ, ਉਹਦਾ ਟਰਾਇਲ ਹੁੰਦਾ ਹੈਗਾ। ਸੋ ਜਿਹੜੇ ਰਿਜ਼ਲਟ ਆਉਂਦੇ ਨੇ, ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ, ਉਹਨਾਂ ਨਾਲ ਮੈਂ ਗੱਲਬਾਤ ਕੀਤੀ ਜੀ ਕਿ ਆਪਾਂ ਇਹ ਦੇਖੀਏ ਕਿ ਕਿਸ ਤਰੀਕੇ ਨਾਲ ਚੰਗੇ ਤੋਂ ਚੰਗੀ ਕੁਆਲਿਟੀ ਦੇ ਸੀਡ ਬਣਾਏ ਜਾ ਸਕਦੇ ਨੇ, ਕਿਸ ਤਰੀਕੇ ਨਾਲ ਅਸੀਂ ਆਪਣੇ ਕਿਸਾਨਾਂ ਨੂੰ ਇਹ ਦੱਸ ਸਕਦੇ ਹਾਂ ਕਿ ਬਈ ਉਹਨਾਂ ਦੀ ਸੋਇਲ ਕੁਆਲਿਟੀ ਕਿਵੇਂ ਹੈ, ਉਹਨਾਂ ਜਿਹੜਾ ਪਾਣੀ ਵਰਤੋਂ ਕਰ ਰਹੇ ਨੇ ਉਹਦੀ ਕੁਆਲਿਟੀ ਕਿਵੇਂ ਹੈ। ਇੱਕ ਸਾਲ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਨੇ ਕਰੀਬ 60,000 ਦੇ ਕਰੀਬ ਟੈਸਟ ਕੀਤੇ ਸੋਇਲ ਦੇ, ਔਰ ਪਾਣੀ ਦੇ ਟੈਸਟ ਵੀ ਤਕਰੀਬਨ 30,000 ਕੀਤੇ ਜੀ। ਇਹਨੂੰ ਵੀ ਅਸੀਂ ਵਧਾ ਰਹੇ ਹਾਂ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਸੋਇਲ ਟੈਸਟਿੰਗ ਹੋਵੇ, ਉਹਨਾਂ ਦਾ ਪਾਣੀ ਟੈਸਟ ਹੋਵੇ, ਔਰ ਜਿਹੜੀ ਬੀਜਾਂ ਦੀ ਕਿਸਮਾਂ ਹੈਗੀਆਂ ਜਿਹੜੀ ਇਹ ਬੀਜ ਰਹੇ ਨੇ ਉਹਨਾਂ ਦੀ ਜਾਣਕਾਰੀ ਇਕੱਲੇ ਕਿਸਾਨ ਤੱਕ ਪਹੁੰਚੇ। ਇਹਦੇ ਵਾਸਤੇ ਉਪਰਾਲੇ ਕਰ ਰਹੇ ਹਾਂ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਜਿਹੜੀ ਤੁਸੀਂ ਕਰਜ਼ਾ ਮਾਫੀ ਦੀ ਕਹੀ ਹੈ, ਕਰਜ਼ਾ ਮਾਫੀ ਦੇ ਵਾਸਤੇ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਹੈ ਉਹ ਸਭ ਤੋਂ ਪਹਿਲੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਜਿਹੜੇ ਕਿਸਾਨ ਨੇ, ਗਰੀਬ ਕਿਸਾਨ, ਔਰ ਜਿਨ੍ਹਾਂ ਦਾ ਕਰਜ਼ਾ ਵੀ ਛੋਟਾ ਸੀ, ਕਰਜ਼ਾ 2 ਲੱਖ ਤੋਂ ਘੱਟ ਦਾ, ਕਿਉਂਕਿ ਜਿਹੜਾ ਗਰੀਬ ਹੁੰਦਾ ਹੈ ਉਹ ਬੜਾ ਇਸ ਚੀਜ਼ ਦਾ ਬੜਾ ਧਿਆਨ ਰੱਖਦਾ ਹੈਗਾ ਕਿਉਂਕਿ ਜ਼ਮੀਨ ਥੋੜ੍ਹੀ ਹੁੰਦੀ ਹੈ, ਉਹਨੂੰ ਇਹ ਹੁੰਦਾ ਵੀ ਮੈਂ ਕਿਤੇ ਇਹ ਨਾ ਹੋਵਾਂ ਕਿ ਮੈਂ ਕਰਜ਼ੇ ਦੇ ਥੱਲੇ ਇੰਨਾ ਜ਼ਿਆਦਾ ਦਬ ਜਾਵਾਂ ਕਿ ਨਿਕਲੇ ਨਾ। ਸੋ ਇੱਕ ਪੰਜਾਬ ਸਰਕਾਰ ਵੱਲੋਂ ਹੱਕ ਕਮੇਟੀ ਬਣਾਈ ਗਈ ਸੀ, ਹੱਕ ਕਮੇਟੀ ਦੀ ਰਿਪੋਰਟ ਆਈ ਸੀ, ਔਰ ਉਸ ਰਿਪੋਰਟ ਦੇ ਵਿੱਚ ਜਿਹੜੇ ਸੁਝਾਅ ਦਿੱਤੇ ਗਏ ਸਨ ਉਹਦੇ ਆਧਾਰ 'ਤੇ ਇਹ ਉਪਰਾਲਾ ਕੀਤਾ ਗਿਆ ਹੈਗਾ। ਔਰ ਖੇਤੀਬਾੜੀ ਮਹਿਕਮੇ ਨੇ ਪੂਰੀ ਰਿਪੋਰਟ ਨੂੰ ਦੇਖ ਕੇ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਕੇ ਜਿਵੇਂ ਸਾਨੂੰ ਫੰਡ ਮੁਹੱਈਆ ਹੋਏ ਗਏ ਉਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਜਾਰੀ ਕੀਤਾ ਹੈਗਾ। ਔਰ ਅੱਗੇ ਵੀ ਹੁਣੀ ਮੈਂ ਪਿਛਲੇ 15 ਦਿਨਾਂ ਦੇ ਵਿੱਚ ਆਈ ਥਿੰਕ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਨਾਲ 6-7 ਮੀਟਿੰਗਾਂ ਆਲਰੇਡੀ CM ਦੇ ਪੱਧਰ 'ਤੇ ਹੋਈਆਂ ਨੇ, ਔਰ ਉਹਨਾਂ ਦੀਆਂ ਕਾਫੀ ਮੰਗਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਸਾਰੇ ਹੀ ਮਹਿਕਮੇ ਕੰਮ ਕਰ ਰਹੇ ਨੇ। ਅੱਡ ਡਿਪਾਰਟਮੈਂਟ ਹੈਗੇ ਜਿਸ ਹਿਸਾਬ ਨਾਲ ਮੰਗ ਹੁੰਦੀ ਹੈ, ਔਰ ਬੜਾ ਤੇਜ਼ੀ ਨਾਲ ਅਸੀਂ ਕੰਮ ਕਰ ਰਹੇ ਹਾਂ ਕਿ ਜੋ ਵੀ ਅਸੀਂ ਕਰ ਸਕਦੇ ਹਾਂ ਉਹ ਕਰੀਏ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਜਿਹੜਾ
ਮੋਰਚਾ ਲਗਾਇਆ ਸੀ ਦਿੱਲੀ ਬਾਰਡਰ ਤੇ, ਔਰ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਜੋ ਸ਼ਹੀਦ ਕਿਸਾਨ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਏਗੀ। ਤੇ ਹੁਣ ਤੱਕ 169 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ, ਔਰ 407 ਕੇਸਾਂ ਦੇ ਵਿੱਚ ਫਾਈਨੈਂਸ਼ੀਅਲ ਜਿਹੜੀ ਮਦਦ ਸੀਗੀ 5 ਲੱਖ ਰੁਪਏ ਦੀ ਉਹ ਦਿੱਤੀ ਜਾ ਚੁੱਕੀ ਹੈ। ਨੌਕਰੀ ਦੇਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਇੱਥੋਂ ਨਾਮ ਜਾਂਦਾ ਹੈਗਾ ਡੀਸੀ ਨੂੰ, ਡੀਸੀ ਸਾਰੀ ਪੜਤਾਲ ਕਰਕੇ, ਕਿਉਂਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਹੈ, ਪਰਿਵਾਰ ਵੀ ਡਿਸਾਈਡ ਕਰਦਾ ਵੀ ਕਿ ਇਹਨੂੰ ਨੌਕਰੀ ਦਿਵਾਉਣੀ ਹੈ ਜੀ, ਫਿਰ ਉਹਦੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇਖੀ ਜਾਂਦੀ ਹੈ। ਸੋ ਇਹ ਪ੍ਰੋਸੈਸ ਹੁੰਦਾ ਹੈਗਾ। ਸੋ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਜੋ ਵੀ ਕਮਿਟਮੈਂਟ ਕੀਤੀ ਹੈ ਸਰਕਾਰ ਨੇ, ਸਰਕਾਰ ਉਹ ਕਮਿਟਮੈਂਟ ਪੂਰਾ ਕਰ ਰਹੀ ਹੈ, ਔਰ ਉਹਦੇ ਵਾਸਤੇ ਹਰ ਮੀਟਿੰਗ ਦੇ ਵਿੱਚ ਅਸੀਂ ਇਹਨਾਂ ਨੂੰ ਪੂਰੀ ਜਾਣਕਾਰੀ ਦਿੰਦੇ ਹਾਂ। ਪੰਜਾਬ ਸਰਕਾਰ ਤੋਂ ਜੋ ਇਸ ਵੇਲੇ ਮੰਗਾਂ ਨੇ ਉਸ ਦੇ ਵਿੱਚ ਇੱਕ ਵੱਡਾ ਅਹਿਮ ਯੋਗਦਾਨ ਫਾਈਨੈਂਸਿਸ ਦਾ ਹੋਏਗਾ। ਤੁਸੀਂ ਇਹ ਭਰੋਸਾ ਦਿਵਾ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ, ਹਾਲਾਂਕਿ ਸਮਾਂ ਇਸ ਸਰਕਾਰ ਕੋਲ ਕਿੰਨਾ ਬਚਿਆ, ਇਸ ਕਾਰਜਕਾਲ ਕਿੰਨਾ ਬਚਿਆ, ਸਰਕਾਰ ਵੱਲੋਂ ਕਿਹੜੀਆਂ ਉਹ ਜਿਹੀਆਂ ਮੰਗਾਂ ਨੇ ਜੋ ਕਿਸਾਨਾਂ ਦੀਆਂ ਬਿਲਕੁਲ ਜਿਵੇਂ ਹੁਣ ਕਹਿ ਲਈ ਕਿ ਹੁਣੇ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਇਸ ਕਾਰਜਕਾਲ ਦੇ ਪੂਰਾ ਹੋਣ ਤੋਂ ਪਹਿਲਾਂ? ਦੇਖੋ, ਮੈਂ ਜਿੱਦਾਂ ਤੁਹਾਨੂੰ ਕਿਹਾ ਹੈਗਾ ਕਿ 6 ਮੀਟਿੰਗਾਂ, ਕਿਉਂਕਿ 3 ਜਥੇਬੰਦੀਆਂ ਅੱਡ-ਅੱਡ ਤੌਰ ਤੇ ਮਿਲੀਆਂ, 2-2 ਵਾਰ ਮਿਲੀਆਂ ਨੇ ਸੀਐਮ ਸਾਹਿਬ ਨੂੰ ਜੀ, ਔਰ ਹਰ ਇੱਕ ਦੇ ਮਿੰਟਸ ਬਣਾ ਕੇ ਜਾਰੀ ਹੋਏ ਨੇ, ਔਰ ਉਹਨਾਂ ਨੂੰ ਦੱਸਿਆ ਵੀ ਗਿਆ ਹੈਗਾ ਕਿ ਕੀ ਪ੍ਰੋਗਰੈਸ ਹੈਗੀ। ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਮੰਨ ਲਓ ਇੱਕ ਮੀਟਿੰਗ ਦੇ ਵਿੱਚ 18 ਏਜੰਡਾ ਪੁਆਇੰਟ ਆਪਾਂ ਡਿਸਕਸ ਕੀਤੇ ਜੀ, ਉਹਦੇ ਵਿੱਚ 2 ਜਾਂ 3 ਨੂੰ ਛੱਡ ਕੇ ਬਾਕੀ 15-16 ਦਾ ਤਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈਗਾ। ਸੋ ਵੀ ਆਰ ਵਰਕਿੰਗ ਵੈਰੀ ਫਾਸਟ ਜੀ। ਡਾਕਟਰ ਗੁਰਵਿੰਦਰ ਸਿੰਘ, ਤੁਹਾਡੇ ਕੋਲ ਆਉਂਗੀ ਮੈਂ, ਤੇ ਕਿਉਂਕਿ ਗੱਲ ਜੇ ਕਿਸਾਨਾਂ ਦੀ ਕਰੀਏ ਤਾਂ ਇੱਕ ਵੱਡੀ ਸਮੱਸਿਆ ਹੈ ਫਸਲੀ ਚੱਕਰ ਤੋਂ ਬਾਹਰ ਆਉਣਾ। ਲਗਾਤਾਰ ਕਿਸਾਨ ਵੀ ਇਹ ਚਾਹੁੰਦੇ ਨੇ, ਕਿਉਂਕਿ ਅਸੀਂ ਝੋਨੇ ਤੇ ਕਣਕ ਤੱਕ ਹੀ ਕਿਤੇ ਨਾ ਕਿਤੇ ਬੱਝ ਕੇ ਰਹਿ ਗਏ ਹਾਂ, ਪਰ ਅੱਜ ਕਿਸਾਨ ਵਧਣਾ ਚਾਹੁੰਦਾ ਹੈ। ਕਿਸਾਨ ਚਾਹੁੰਦਾ ਹੈ ਕਿ ਉਹ तमाम ਉਹ ਫਸਲਾਂ ਬੀਜੇ ਜਿਸ ਦੇ ਨਾਲ ਮੁਨਾਫਾ ਜ਼ਿਆਦਾ ਹੋਵੇ, ਲਾਗਤ ਘੱਟ ਆਵੇ। ਪਰ ਕਦੇ-ਕਦੇ ਇਹ ਹੋਇਆ ਕਰਦਾ ਹੈ ਕਿ ਕਿਸਾਨਾਂ ਦੀਆਂ ਉਹ ਫਸਲਾਂ ਜੋ ਫਸਲੀ ਚੱਕਰ ਚੋਂ ਬਾਹਰ ਕੱਢਣ ਦੇ ਵਿੱਚ ਮਦਦ ਕਰਦੀਆਂ ਨੇ, ਕਿਸਾਨਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੰਦੀਆਂ ਨੇ, ਕਿਉਂਕਿ ਉਹਨਾਂ ਫਸਲਾਂ ਦੀ ਮਾਰਕੀਟਿੰਗ ਨੂੰ ਲੈ ਕੇ ਬਹੁਤ ਘੱਟ ਪ੍ਰਬੰਧ ਕੀਤੇ ਜਾਂਦੇ ਨੇ, ਕਿਤੇ ਨਾ ਕਿਤੇ ਲੋਕਾਂ ਤੱਕ ਪਹੁੰਚਾਇਆ ਨਹੀਂ ਜਾਂਦਾ, ਤੇ ਕਿਸਾਨ ਉਹਨਾਂ ਫਸਲਾਂ ਨੂੰ ਜਦੋਂ ਬੀਜਦੇ ਤਾਂ ਬਹੁਤ ਘਾਟਾ ਖਾਂਦਾ ਹੈ। ਇਸ ਕਰਕੇ ਅਸੀਂ ਕਈ ਵਾਰ ਵੇਖੇ ਕਿਸਾਨ ਆਪਣੀ ਫਸਲ ਆਪ ਹੀ ਬਰਬਾਦ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਲਾਗਤ ਵੀ ਨਹੀਂ ਮਿਲ ਰਹੀ ਹੁੰਦੀ ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਕਿੰਨੀ ਦੇਰ ਦੀ ਮਿਹਨਤ ਇੰਜ ਬਰਬਾਦ ਹੋ ਗਈ। ਇਸ ਵੱਲ ਕੀ ਤੁਹਾਡੇ ਕਦਮ ਨੇ ਅੱਗੇ? ਮਾਰਕੀਟਿੰਗ ਸਟ੍ਰੈਟਜੀ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹਾਂ? ਕੀ ਉਸ ਦੇ ਵਾਸਤੇ ਕਦਮ ਚੁੱਕ ਸਕਦੇ ਹਾਂ ਤਾਂ ਜੋ ਕਿਸਾਨਾਂ ਨੂੰ ਫਸਲੀ ਚੱਕਰ 'ਚ ਬਾਹਰ ਆਉਣ ਦੇ ਲਈ ਹੋਰ ਜ਼ਿਆਦਾ ਉਤਸ਼ਾਹਿਤ ਕੀਤਾ ਜਾ ਸਕੇ? ਬਿਲਕੁਲ, ਤੁਹਾਡਾ ਸਵਾਲ ਬੜਾ ਵਾਜਬ ਹੈ, ਔਰ ਇਸ ਵੇਲੇ ਸਮੇਂ ਦੀ ਲੋੜ ਵੀ ਇਹੋ ਹੈ। ਤੇ ਸਾਡੀ ਜਿਹੜੀ ਇੱਕ ਕੰਪਰੀਹੈਂਸਿਵ ਅਸੀਂ ਡਾਈਵਰਸੀਫਿਕੇਸ਼ਨ ਪਲਾਨ ਵੀ ਜਿਹੜੀ ਆ ਉਹ ਆਲਮੋਸਟ ਸਾਡੀ ਰੈਡੀ ਹੈ। ਉਹ ਤੁਹਾਨੂੰ ਅਸੀਂ ਅੱਜ ਜਿਹੜਾ ਆਪਾਂ ਇੱਥੇ ਡਾਕੂਮੈਂਟ ਰਿਲੀਜ਼ ਕਰਨਾ ਉਹਦੇ ਵਿੱਚ ਉਹਦੀ ਝਲਕ ਮਿਲੇਗੀ। ਸਾਡਾ ਜਿਹੜਾ ਮੇਨ ਮਕਸਦ ਹੈ ਕਿ ਕਿਉਂਕਿ ਇਮੀਡੀਏਟਲੀ ਇੱਕ ਤਾਂ ਅਸੀਂ ਸ਼ਾਰਟ ਟਰਮ ਆਪਣੇ ਗੋਲਸ ਰੱਖੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਮੱਕੀ ਅਤੇ ਕਾਟਨ ਨੂੰ ਜਿਹੜਾ ਹੈ ਉਹ ਜਿਹੜਾ ਉਹਦੇ ਥੱਲੇ ਰਕਬਾ ਘਟ ਰਿਹਾ ਉਹਨੂੰ ਵਧਾਉਣ ਬਾਰੇ ਕਰਨਾ ਹੈ। ਦੂਸਰਾ ਸਾਡਾ ਵਿਦਿਨ ਪੈਡੀ ਜਿਹੜਾ ਬਾਸਮਤੀ ਦਾ ਸਾਡਾ ਸਕੋਪ ਹੈਗਾ, ਜਿਹੜਾ ਪਾਣੀ ਵੀ ਘੱਟ ਲੈਂਦਾ ਮੇਨ ਮਕਸਦ, ਕਿਉਂਕਿ ਮੇਨ ਸਾਡਾ ਮਕਸਦ ਹੈ ਵਾਟਰ ਕੰਜ਼ਰਵੇਸ਼ਨ, ਤਾਂ ਉਹ ਵਿਦਿਨ ਜਿਹੜਾ ਪੈਡੀ ਦੇ ਵਿੱਚ ਬਾਸਮਤੀ ਥੱਲੇ ਰਕਬਾ ਵਧਾ ਕੇ ਉਹਨੂੰ ਐਕਸਪੋਰਟ ਵਾਲੇ ਪਾਸੇ ਲਿਜਾਣਾ। ਤਾਂ ਉਹਦੇ ਲਈ ਅਸੀਂ ਮੇਨ ਐਕਸਪੋਰਟ ਦੇ ਵਿੱਚ ਹਿੱਚ ਹੁੰਦੀ ਹੈ ਕਿ ਉਹਦੇ ਵਿੱਚ ਜਿਹੜੀ ਥੋੜ੍ਹਾ ਰਹਿੰਦ ਖੂੰਹਦ ਦੇ ਵਿੱਚ ਜਿਹੜੇ ਰੈਜ਼ੀਡਿਊਜ਼ ਦੇ ਵਿੱਚ ਪੈਸਟੀਸਾਈਡ ਦਾ ਹੈਗਾ, ਤਾਂ ਉਹਦੇ ਲਈ ਅਸੀਂ ਕੈਂਪੇਨ ਦਾ ਲਾਂਚ ਕਰਕੇ ਪਿਛਲੇ ਸਾਲ ਵੀ ਰੇਟ ਕਾਫੀ ਅੱਛਾ ਰਿਹਾ ਅਤੇ ਅਸੀਂ ਅਗਰ ਉਹਨੂੰ ਐਕਸਪੋਰਟ ਦੇ ਵਿੱਚ ਪੂਰਾ ਪਲਾਨ ਕਰਕੇ ਅਸੀਂ ਕਰ ਰਹੇ ਹਾਂ। ਦੂਸਰਾ, ਅਸੀਂ ਨਰਮੇ ਦੇ ਵਿੱਚ, ਹਾਲਾਂਕਿ ਪਿਛਲੇ ਸਾਲ ਗੁਲਾਬੀ ਸੁੰਡੀ ਨੇ ਨੁਕਸਾਨ ਕੀਤਾ, ਅਸੀਂ ਹੁਣੇ ਹੀ ਉਹਦਾ ਪਲਾਨ ਬਣਾ ਕੇ ਕੱਲ੍ਹ ਹੀ ਅਸੀਂ ਬਠਿੰਡੇ ਮੀਟਿੰਗ ਕਰਕੇ ਸਾਰੇ ਆਫਿਸਰਸ ਦੀਆਂ ਡਿਊਟੀਆਂ ਪਿੰਡ ਵਾਈਜ਼ ਅਸੀਂ ਲਗਾ ਦਿੱਤੀਆਂ ਨੇ। ਸਾਡਾ ਫਸਟ ਤਾਂ ਇਹ 2-3 ਕ੍ਰੌਪਸ ਦੇ ਉੱਤੇ ਜ਼ੋਰ ਰਹੇਗਾ, ਔਰ ਮੱਕੀ ਵਾਲੇ ਏਰੀਏ ਦੇ ਵਿੱਚ ਵੀ ਅਸੀਂ ਵਿਦਿਨ ਫਿਊ ਡੇਜ਼ ਅਸੀਂ ਇੱਕ ਵੱਡੀ ਪਲਾਨ ਬਣਾ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨੂੰ ਅਸੀਂ ਮਾਰਕੀਟ ਨਾਲ ਕਿਹੜੀ ਲਿੰਕ ਕਰ ਸਕਦੇ ਹਾਂ ਉਹ ਕਰ ਰਹੇ ਹਾਂ। ਉਸ ਤੋਂ ਬਾਅਦ ਸਾਡਾ ਅਗਲਾ ਪਲਾਨ ਹੋਏਗਾ ਵੀ ਨਿਸ਼ ਏਰੀਆ ਮੁਤਾਬਕ ਅਸੀਂ ਵੱਖ-ਵੱਖ ਏਰੀਏ ਦੇ ਮੁਤਾਬਕ ਅਸੀਂ ਵੱਖ-ਵੱਖ ਕ੍ਰੌਪਸ ਨੂੰ ਆਇਡੈਂਟੀਫਾਈ ਕੀਤਾ ਹੈ। ਉਹਨਾਂ ਲਈ ਕਿਹੜੇ ਇਨਫਰਾਸਟਰਕਚਰ ਦੀ ਲੋੜ ਹੈ, ਕਿੰਨੇ ਸੀਡ ਦੀ ਲੋੜ ਹੈ, ਉਹਦੇ ਪ੍ਰਬੰਧ ਲਈ ਵੀ ਅਸੀਂ ਪੂਰਾ ਇਹਦੇ ਵਿੱਚ ਕਰ ਰਹੇ ਹਾਂ। ਔਰ ਅਗਲੀ ਗੱਲ ਇਹ ਹੈ ਕਿ
ਭਾਰਤ ਸਰਕਾਰ ਤੋਂ ਜਿਹੜੇ ਵੱਧ ਤੋਂ ਵੱਧ ਫੰਡ ਐਕਸਪਲੋਰ ਕੀਤੇ ਜਾਣਗੇ, ਪਲੱਸ ਪੰਜਾਬ ਸਰਕਾਰ ਦੇ ਕੋਲੋਂ ਵੀ ਜਿਹੜੇ ਸਕੀਮਾਂ ਦੇ ਵਿੱਚ ਸਾਡੇ ਫੰਡਸ ਹੈਗੇ ਆ ਉਹਨਾਂ ਨੂੰ ਮੈਕਸਿਮਮ ਯੂਟਿਲਾਈਜ਼ ਕਰਕੇ ਕਿਸਾਨਾਂ ਨੂੰ ਫਾਇਦਾ ਪਹੁੰਚਾਵਾਂਗੇ ਜੀ ਅਸੀਂ। ਡਾਕਟਰ ਜਸਕਰਨ ਸਿੰਘ ਮਹਲ ਸਰ, ਤੁਹਾਡੇ ਤੋਂ ਇਹ ਸਮਝਣਾ ਚਾਹੂੰਗੀ ਕਿਉਂਕਿ ਕਿਸਾਨ ਜਦੋਂ ਜਿਸ ਤਰ੍ਹਾਂ ਵੱਖੋ-ਵੱਖ ਪੱਖਾਂ ਦੀ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ, ਜਿਨ੍ਹਾਂ ਹੱਥੋਂ ਕਿਸਾਨਾਂ ਨੂੰ ਮਾਰ ਪੈਂਦੀ ਹੈ, ਤੇ ਪਰਾਲੀ ਦਾ ਇੱਕ ਮਸਲਾ ਹੈ ਜਿਸ ਨੂੰ ਲੈ ਕੇ ਹਮੇਸ਼ਾ ਕਿਸਾਨ ਨੂੰ ਘੇਰਿਆ ਜਾਂਦਾ ਹੈ। ਉਹ ਪਰਾਲੀ ਜਦੋਂ ਵਿੱਚ ਵਾਹ ਦਿੰਦਾ ਹੈ ਉਦੋਂ ਵੀ ਫਸਲ ਖਰਾਬ ਹੁੰਦੀ ਹੈ। ਬਹੁਤ ਸਾਰੇ ਕੇਸਿਸ ਇਸ ਤਰ੍ਹਾਂ ਦੇ ਆਉਂਦੇ ਨੇ, ਅਸੀਂ ਖਬਰਾਂ ਦੇ ਵਿੱਚ ਇਸ ਦੀ ਗੱਲ ਕਰਦੇ ਰਹਿੰਦੇ ਹਾਂ। ਕਈ ਵਾਰ ਕਿਸਾਨ ਨੂੰ ਫਾਇਦਾ ਵੀ ਹੁੰਦਾ ਹੈ ਵਿੱਚ ਵਾਹਣ ਦੇ ਨਾਲ। ਸੋ ਵੱਖੋ-ਵੱਖ ਤਰੀਕੇ ਦੀਆਂ ਵੱਖੋ-ਵੱਖ ਦਿੱਕਤਾਂ ਕਿਸਾਨ ਝੱਲਦੇ ਨੇ। ਇਸ ਤੋਂ ਇਲਾਵਾ ਜੇ ਲੇਟੈਸਟ ਟੈਕਨੋਲੋਜੀ ਦੀ ਗੱਲ ਕੀਤੀ ਜਾਏ, ਤਮਾਮ ਉਹਨਾਂ ਸੰਦਾਂ ਦੀ ਗੱਲ ਕੀਤੀ ਜਾਏ ਜੋ ਕਿਸਾਨਾਂ ਨੂੰ ਮੁਹੱਈਆ ਹੋਣੇ ਚਾਹੀਦੇ ਨੇ, ਉਸ ਦੇ ਵਿੱਚ ਸਬਸਿਡੀ ਨਹੀਂ ਹੈ, ਬਹੁਤ ਮਹਿੰਗੇ ਮੁੱਲ ਦੇ ਨੇ ਉਹ ਤਮਾਮ ਸੰਦ। ਇੱਥੇ ਕਿਸਾਨਾਂ ਨੂੰ ਕਿਸ ਤਰ੍ਹਾਂ ਐਡੂਕੇਟ ਕਰਨਾ ਚਾਹੇਗਾ ਤੁਹਾਡਾ ਡਿਪਾਰਟਮੈਂਟ, ਜਾਂ ਕਿਸ ਤਰ੍ਹਾਂ ਕਰ ਰਿਹਾ ਹੈ, ਜਾਂ ਅੱਗੇ ਕੀ ਕੁਝ ਯਤਨ ਤੁਹਾਡੇ ਰਹਿਣਗੇ ਕਿ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਐਡੂਕੇਟ ਕੀਤਾ ਜਾਏ, ਉਹਨਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਕੀਤਾ ਜਾਏ? ਕਈ ਵਾਰ ਤਾਂ ਕਿਸਾਨ ਮੌਸਮ ਦੀ ਮਾਰ ਥੱਲੇ ਇੰਨਾ ਡੁੱਬ ਜਾਂਦਾ ਕਿ ਉਸ ਦੀਆਂ ਫਸਲਾਂ ਤਹਿਸ ਦੀਆਂ ਨਹਿਸ ਹੋ ਜਾਂਦੀਆਂ ਨੇ। ਇੰਨਾ ਉਸ ਦਾ ਬੱਚਿਆਂ ਵਾਂਗ ਪਾਲੀ ਫਸਲ ਜਦੋਂ ਖਰਾਬ ਉਹ ਪਾਣੀ ਦੇ ਵਿੱਚ ਡੁੱਬੀ ਵੇਖਦਾ ਤਾਂ ਕਈ ਵਾਰ ਪੜ੍ਹਦਿਆਂ ਸਾਡੀਆਂ ਵੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ। ਉਸ ਕਿਸਾਨ ਤੇ ਕੀ ਬੀਤਦੀ ਹੋਏਗੀ? ਇਸ ਵਾਸਤੇ, ਇਸ ਐਜੂਕੇਸ਼ਨ ਵਾਸਤੇ, ਕਿਸਾਨਾਂ ਨੂੰ ਉਹਨਾਂ ਦੀ ਤਰੱਕੀ ਵਾਸਤੇ ਕਿਸ ਤਰ੍ਹਾਂ ਤੁਹਾਡਾ ਡਿਪਾਰਟਮੈਂਟ ਅੱਗੇ ਕੰਮ ਕਰ ਰਿਹਾ? ਅੰਮ੍ਰਿਤਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਇਸ ਮੰਚ ਤੇ ਆ ਕੇ ਗੱਲਬਾਤ ਕਰਨ ਦਾ ਤੁਸੀਂ ਮੈਨੂੰ ਮੌਕਾ ਦਿੱਤਾ। ਜਿੱਥੋਂ ਤੱਕ ਐਗਰੀਕਲਚਰ ਜਾਂ ਸਾਡੇ ਕਿਸਾਨ ਦਾ ਸੰਬੰਧ ਹੈ, ਖੇਤੀਬਾੜੀ ਹਮੇਸ਼ਾ ਗਤੀਸ਼ੀਲ ਰਹੀ ਹੈ ਤੇ ਸਮੇਂ ਦੇ ਨਾਲ ਨਾਲ ਇਹ ਚੱਲਦੀ ਹੈ ਤੇ ਇਹਦੀਆਂ ਸਮੱਸਿਆ ਵੀ ਆਉਂਦੀਆਂ ਰਹਿੰਦੀਆਂ ਤੇ ਉਹਨਾਂ ਦੇ ਹੱਲ ਲੱਭਦੇ ਰਹਿੰਦੇ ਆ। ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ 55% ਦੇ ਲਗਭਗ ਸਾਡੀ ਜਿਹੜੀ ਵਸੋਂ ਆ ਖੇਤੀ ਤੇ ਨਿਰਭਰ ਆ। ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਇਹ ਬਹੁਤ ਜ਼ਰੂਰੀ ਹੈ ਤੇ ਗੌਰਮੈਂਟ ਜਾਂ ਯੂਨੀਵਰਸਿਟੀ ਜਾਂ ਜਿਹੜੇ ਗੌਰਮੈਂਟ ਤੇ ਡਿਪਾਰਟਮੈਂਟ ਨੇ, ਡਿਪਾਰਟਮੈਂਟ ਐਗਰੀਕਲਚਰ, ਹਾਰਟੀਕਲਚਰ ਆ, ਉਹ ਹਮੇਸ਼ਾ ਪੱਬਾਂ ਭਾਰ ਰਹਿਣ, ਤਾਂ ਹੀ ਕਿਸਾਨ ਤੱਕ ਉਹਨਾਂ ਦੇ ਜਿਹੜੇ ਨਿੱਤ ਦੇ ਨਵੇਂ ਮਸਲੇ ਆ ਉਹ ਹੱਲ ਹੋ ਸਕਦੇ ਆ। ਤੁਸੀਂ ਪਰਾਲੀ ਦੀ ਗੱਲ ਕੀਤੀ, ਅੱਗ ਲੱਗਦੀ ਹੈ, ਪ੍ਰਦੂਸ਼ਣ ਹੁੰਦਾ ਹੈ, ਕਿਸਾਨ ਦੀਆਂ ਆਪਣੀਆਂ ਸਮੱਸਿਆਵਾਂ ਨੇ। ਪਿਛਲੇ ਜੇ ਆਪਾਂ 20-25 ਸਾਲਾਂ ਦੇ ਵਿੱਚ ਵੇਖੀਏ ਤਾਂ ਜਿਹੜੀਆਂ ਇਨਪੁੱਟ ਕਾਸਟ ਨੇ, ਚਾਹੇ ਉਹ ਬੀਜ ਆ, ਖਾਦ ਆ, ਦਵਾਈਆਂ ਨੇ, ਉਹਨਾਂ ਦਾ ਜਿਹੜੇ ਤਰੀਕੇ ਨਾਲ ਰੇਟ ਵਧਿਆ, ਜਿਸ ਰਫਤਾਰ ਨਾਲ ਵਧਿਆ, ਉਸ ਰਫਤਾਰ ਦੇ ਨਾਲ ਜਿਹੜੀ ਪੈਦਾਵਾਰ ਆ ਉਹਦਾ ਰੇਟ ਨਹੀਂ ਵਧਿਆ। ਤਾਂ ਉਸ ਕਰਕੇ ਪ੍ਰੋਫਿਟੇਬਿਲਟੀ ਜ਼ਰੂਰ ਸਟੀਕ 'ਤੇ ਹੈ। ਕਿਸਾਨ ਦਾ ਕਦੀ ਵੀ ਦਿਲ ਨਹੀਂ ਕਰਦਾ, ਨਾ ਹੀ ਉਹ ਅਫੋਰਡ ਕਰਦਾ ਕਿ ਉਹ ਬਹੁਤੇ ਖਰਚੇ ਕਰ ਸਕੇ। ਮਸ਼ੀਨਾਂ ਦੀ ਗੱਲ ਕੀਤੀ ਆ, ਹਾਈਟੈਕ ਚੀਜ਼ਾਂ ਦੀ ਤੁਸੀਂ ਗੱਲ ਕੀਤੀ ਆ, ਕਿਉਂਕਿ ਜੇ ਐਗਰੀਕਲਚਰ ਗਤੀਸ਼ੀਲ ਆ ਤਾਂ ਹਰ ਸਮੇਂ ਸਾਨੂੰ ਨਵੀਆਂ ਰਾਹਾਂ ਲੱਭਣੀਆਂ ਪੈਣਗੀਆਂ, ਨਵੇਂ ਕਦਮ ਚੁੱਕਣੇ ਪੈਣਗੇ। ਉਹਦੇ ਲਈ ਜੋ ਵੀ ਸਟੈਪ, ਜੋ ਵੀ ਕਿਸਾਨ ਨੂੰ ਚਾਹੀਦਾ, ਉਹ ਫ੍ਰੀ ਕੁਛ ਨਹੀਂ ਮਿਲਦਾ, ਪੈਸਾ ਲੱਗਦਾ ਹੈਗਾ। ਸੋ ਕੋਈ ਵੀ ਜੇ ਚੇਂਜ ਲੈ ਕੇ ਆਉਣੀ ਹੈਗੀ ਆ, ਉਹਦੇ ਲਈ ਜਿੱਥੇ ਤੱਕ ਕਿਸਾਨ ਦੀ ਆਰਥਿਕ ਮਦਦ ਹੋਣੀ ਚਾਹੀਦੀ ਆ। ਦੂਸਰਾ, ਕਿਸਾਨ ਦੀ ਨਵੀਂ ਟੈਕਨੋਲੋਜੀ ਅਡਾਪਟ ਕਰਨ ਲਈ ਉਹਦੀ ਲਗਾਤਾਰ ਕੈਪੈਸਿਟੀ ਬਿਲਡਿੰਗ ਟ੍ਰੇਨਿੰਗ ਜਿਹੜੀ ਹੈਗੀ ਆ ਉਹ ਹੋਣੀ ਬਹੁਤ ਜ਼ਰੂਰੀ ਹੈ। ਸਰ, ਇੱਥੇ ਮਾਫੀ ਦੇ ਨਾਲ ਤੁਹਾਡੇ ਤੋਂ ਮੈਂ ਇੱਕ ਸਵਾਲ ਇੱਥੇ ਹੋਰ ਐਡ ਆਨ ਕਰਦੇ ਹਾਂ। ਤੁਸੀਂ ਕਿਹਾ ਕਿ ਪੈਸਾ ਲੱਗਦਾ ਹੈ, ਪਰ ਜੋ ਕਿਸਾਨ ਮੱਧ ਵਰਗ ਦਾ ਹੈ, ਜੋ ਕਿਸਾਨ ਗਰੀਬ ਕਿਸਾਨ ਹੈ, ਉਹ ਨਾ ਤਾਂ ਉਹਨਾਂ ਮਸ਼ੀਨਾਂ ਤੱਕ ਪਹੁੰਚ ਕਰ ਪਾਉਂਦਾ ਹੈ ਤੇ ਨਾ ਹੀ ਉਹ ਪੈਸਾ ਲਾ ਸਕਦਾ ਹੈ। ਉਸ ਲਈ ਕੀ ਸੋਲਿਊਸ਼ਨ ਹੈ ਤੁਹਾਡੇ ਡਿਪਾਰਟਮੈਂਟ ਕੋਲ? ਕਿਉਂਕਿ ਇਹਨਾਂ ਤਮਾਮ ਮਸ਼ੀਨਾਂ ਦੀ ਗੱਲ ਕੀਤੀ ਜਾਏ, ਇਹਨਾਂ ਫੰਡਸ ਦੀ ਗੱਲ ਕੀਤੀ ਜਾਏ, ਬਹੁਤ ਲੰਬਾ ਚੌੜਾ ਕੰਮ ਹੋ ਜਾਂਦਾ ਉਸ ਕਿਸਾਨ ਦੇ ਲਈ। ਉਹ ਸੋਚ ਨਹੀਂ ਸਕਦਾ ਕਿ ਉਹ ਆਪਣੀ ਫਸਲ ਨੂੰ ਬੀਜਣ ਤੋਂ ਇਲਾਵਾ ਵੀ ਹੋਰ ਕੁਝ ਇਨਵੈਸਟ ਕਰ ਸਕੇ। ਦੇਖੋ, ਸਾਡਾ 65% ਕਿਸਾਨ ਜਿਹੜਾ ਲਗਭਗ ਉਹ 5 ਏਕੜ ਤੋਂ ਘੱਟ ਜ਼ਮੀਨ ਵਾਲਾ, ਉਹ ਜੇ ਅਸੀਂ ਮਸ਼ੀਨੀਕਰਨ ਜਾਂ ਮਸ਼ੀਨਰੀ ਦੀ ਗੱਲ ਕਰੀਏ, ਕਿਉਂਕਿ ਹੁਣ ਯੁੱਗ ਤਾਂ ਮਸ਼ੀਨਰੀ ਦਾ, ਮਸ਼ੀਨਾਂ ਬਿਨਾਂ ਖੇਤੀ ਨਹੀਂ ਹੋ ਸਕਦੀ। 5 ਏਕੜ ਦੇ ਕਿਸਾਨ ਨੂੰ ਛੱਡੋ, ਜੇ 20 ਏਕੜ ਵਾਲਾ ਕਿਸਾਨ ਵੀ ਹੋਵੇ, ਉਹ ਵੀ ਹਰ ਇੱਕ ਮਸ਼ੀਨਰੀ ਆਪਣੀ ਨਹੀਂ ਰੱਖ ਸਕਦਾ, ਕਿਉਂਕਿ ਕੋਈ ਵੀ ਮਸ਼ੀਨ, ਟਰੈਕਟਰ ਹੈ, ਕਲਟੀਵੇਟਰ ਨੇ, ਹੈਰੋ ਆ, ਡਰਿਲ ਆ, ਥ੍ਰੈਸ਼ਰ ਆ, ਬਹੁਤ ਤਰ੍ਹਾਂ ਦੀ ਮਸ਼ੀਨ ਐਗਰੀਕਲਚਰ 'ਚ ਚਾਹੀਦੀ ਆ, ਉਹ ਨਹੀਂ ਅਫੋਰਡ ਕਰ ਸਕਦਾ। ਅਸੀਂ ਦੇਖਿਆ ਕੁਝ ਹਾਲਤਾਂ ਦੇ ਵਿੱਚ ਕਿਸਾਨ ਦਾ 40% ਤੱਕ ਦਾ ਖਰਚਾ ਸਿਰਫ ਮਸ਼ੀਨਰੀ ਦੀ ਫਿਕਸਡ ਕਾਸਟ ਕਰਕੇ ਹੋ ਜਾਂਦਾ ਹੈਗਾ। ਸੋ ਉਹ ਕਦੇ ਵੀ ਅਫੋਰਡ ਨਹੀਂ ਕਰਦਾ। ਉਹਦੇ ਲਈ ਜਿਹੜਾ ਸਭ ਤੋਂ ਵਧੀਆ ਤਰੀਕਾ ਹੈ ਉਹ ਹੈ ਕਿ ਕੰਟਰੈਕਟ ਫਾਰਮਿੰਗ ਦਾ ਭਾਵ ਮੇਰਾ ਇਹ ਹੈ ਸਿਰਫ ਵੀ ਕਿਸਾਨ ਰਲ ਕੇ ਸੰਦਾਂ ਨੂੰ ਵਰਤਣ ਜਾਂ ਕਿਰਾਏ 'ਤੇ ਮਸ਼ੀਨਰੀ ਉਪਲਬਧ ਹੋਵੇ। ਉਹਦੇ ਲਈ ਅੱਜ ਆਪਾਂ ਇੱਕ ਐਪ ਵੀ ਲਾਂਚ ਕਰਾਂਗੇ ਜਿਹੜੀ PAU ਨੇ ਤਿਆਰ ਕੀਤੀ ਹੈ,
ਕੋਆਪਰੇਟਿਵ ਸੁਸਾਇਟੀਆਂ ਕੋਲੇ ਕਸਟਮ ਹਾਇਰਿੰਗ ਸੈਂਟਰ ਬਹੁਤ ਬਣਾਏ ਨੇ। ਉਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈਗਾ। ਉਦਾਹਰਨਾਂ ਆਪਣੇ ਕੋਲ ਨੇ, ਕੰਬਾਈਨ ਹਾਰਵੈਸਟਰ 20 ਲੱਖ ਦੀ ਮਸ਼ੀਨ ਆ, ਕੋਈ ਫਾਰਮਰ ਆਪਣੇ ਲਈ ਨਹੀਂ ਖਰੀਦ ਕੇ ਰੱਖ ਸਕਦਾ। ਉਹ ਸਾਨੂੰ 1200 ਰੁਪਏ 1300 ਰੁਪਏ ਪਰ ਏਕੜ ਦੇ ਨਾਲ ਵੱਢ ਕੇ ਚਲੇ ਜਾਂਦੇ ਆ। ਲੇਜ਼ਰ ਲੈਵਲ 4 ਲੱਖ ਦੀ ਮਸ਼ੀਨ ਆ, ਉਹ 700 ਰੁਪਏ ਕਿੱਲੇ ਦੇ ਹਿਸਾਬ ਨਾਲ ਲੈਵਲਿੰਗ ਕਰਦੀ ਆ। ਥ੍ਰੈਸ਼ਰ ਨੇ, ਬਹੁਤ ਸਾਡੇ ਕੋਲ ਉਦਾਹਰਨਾਂ ਨੇ, ਪਰ ਅਸੀਂ ਬਿਜਾਈ ਤੇ ਟਰੈਕਟਰ ਤੇ ਜਾ ਕੇ ਕਿਤੇ ਰੁਕ ਜਾਂਦੇ ਹਾਂ। ਸਾਨੂੰ ਉਹ ਬੈਰੀਅਰ ਤੋੜ ਕੇ ਕਿਸਾਨਾਂ ਨੂੰ ਕਿਰਾਏ ਤੇ ਮਸ਼ੀਨਾਂ ਉਪਲਬਧ ਕਰਨੀਆਂ ਪੈਣਗੀਆਂ। ਉਸ ਤੋਂ ਬਿਨਾਂ ਮਸ਼ੀਨਾਂ ਦੀ ਅਫੋਰਡੇਬਿਲਟੀ ਬਣ ਹੀ ਨਹੀਂ ਸਕਦੀ ਜੀ। ਹਰਵਿੰਦਰ ਬਰਾੜ ਜੀ ਵੀ ਸਾਡੇ ਨਾਲ ਨੇ, ਬਰਾੜ ਸੀਡਸ ਤੋਂ। ਸਰ, ਕਿਸਾਨਾਂ ਨੂੰ ਮਾਰ ਦੀ ਗੱਲ ਕਰ ਰਹੀ ਹਾਂ ਤਾਂ ਸਭ ਤੋਂ ਵੱਧ ਮਾਰ ਉਦੋਂ ਪੈਂਦੀ ਹੈ ਜਦੋਂ ਨਕਲੀ ਖਾਦ ਉਸ ਨੂੰ ਮਿਲਦੀ ਹੈ। ਉਹ ਫਸਲ ਦੀ ਬਰਬਾਦੀ ਦਾ ਕਾਰਨ ਬਣਦੀ ਹੈ ਤੇ ਫਸਲ ਪ੍ਰਫੁੱਲਿਤ ਹੋਵੇ ਉਸ ਦੇ ਪਿੱਛੇ ਜੋ ਸਪਰੇਹਾਂ ਸਹੀ ਹੋਣ, ਜੋ ਬੀਜ ਸਹੀ ਹੋਵੇ, ਉਸ ਦਾ ਇੱਕ ਵੱਡਾ ਯੋਗਦਾਨ ਰਹਿੰਦਾ ਹੈ, ਕਿਉਂਕਿ ਜੇ ਬੀਜ ਸਹੀ ਹੋਏਗਾ ਤਾਂ ਉਸ ਦਾ ਫਰੂਟ ਵੀ ਚੰਗਾ ਹੋਏਗਾ। ਸੋ ਪੰਜਾਬ ਦਾ ਕਿਸਾਨ ਤੁਹਾਡੇ ਤੱਕ ਪਹੁੰਚ ਕਿਉਂ ਕਰੇ, ਬਰਾੜ ਸੀਡਸ ਦਾ ਰੁਖ ਕਿਉਂ ਕਰੇ? ਕੀ ਤੁਸੀਂ ਸਸਤਾ, ਕੁਆਲਿਟੀ ਵਾਈਜ਼ ਵਧੀਆ ਤੇ ਇੱਕ ਫਰੂਟਫੁਲ ਬੀਜ ਕਿਸਾਨਾਂ ਨੂੰ ਮੁਹੱਈਆ ਕਰਾ ਸਕਦੇ ਹੋ? ਉਹ ਖਾਦ ਮੁਹੱਈਆ ਕਰਾ ਸਕਦੇ ਹੋ ਜਿਸ ਦੇ ਨਾਲ ਉਸ ਦੀ ਫਸਲ ਹੋਰ ਵਧੀਆ ਹੋਵੇ, ਨਾ ਕਿ ਉਸ ਦੀ ਫਸਲ ਮਰ ਜਾਏ? ਸਭ ਤੋਂ ਪਹਿਲਾਂ ਮੈਂ ਮਮਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਇਸ ਮੰਚ ਤੇ ਬੋਲਣ ਦਾ ਮਾਣ ਬਖਸ਼ਿਆ। ਬਾਕੀ ਰਹੀ ਮੇਰਾ ਸਿਰਫ ਕੰਮ ਹੈ ਜਿਹੜਾ ਉਹ ਸੀਡਸ ਦਾ ਜੀ, ਮੈਂ ਖਾਸ ਚੀਜ਼ ਡੀਲ ਨਹੀਂ ਕਰਦਾ ਜੀ। ਔਰ ਸਭ ਤੋਂ ਵੱਡੀ ਗੱਲ ਹੈ ਜੀ ਸੀਡ ਬਿਜ਼ਨਸ 'ਚ ਤੁਹਾਡੀ ਨੀਅਤ ਦੀ ਹੈ ਵੀ ਤੁਸੀਂ ਜ਼ਿਮੀਂਦਾਰ ਨੂੰ ਕੀ ਦੇ ਰਹੇ ਹੋ ਜੀ। ਔਰ ਬੀਜ ਵੇਚਣ ਦਾ ਹੀ ਮਤਲਬ ਨਹੀਂ ਹੈ, ਮੇਰੇ ਨਾਲ ਨਾਲ ਉਹਨੂੰ ਪੈਕੇਜ ਆਫ ਪ੍ਰੈਕਟਿਸ ਵੀ ਦੱਸਣਾ ਸਾਡੀ ਕੰਪਨੀ ਦਾ ਮੰਤਵ ਹੈ ਜੀ। ਜਿਹੜਾ ਵੀ ਜ਼ਿਮੀਂਦਾਰ ਸਾਡੀ ਦੁਕਾਨ ਥੋੜਾ ਜਿਹਾ ਉੱਪਰ ਕਰ, ਜਿਹੜਾ ਵੀ ਜ਼ਿਮੀਂਦਾਰ ਸਾਡੀ ਦੁਕਾਨ ਤੇ ਆਉਂਦਾ ਹੈ ਜੀ, ਉਹਨੂੰ ਸਿਰਫ ਇਹ ਨਹੀਂ ਵੀ ਅਸੀਂ ਸਿਰਫ ਉਹਦੇ ਤੋਂ ਪੈਸੇ ਲੈ ਕੇ ਤੇ ਉਹਨੂੰ ਬੀਜ ਵੇਚ ਦੇਣਾ। ਉਸ ਬੀਜ ਜਿਹੜਾ ਉਹ ਬੀਜ ਲੈ ਕੇ ਚੱਲਿਆ ਹੈ, ਉਹ ਸ਼ੁਰੂ ਤੋਂ ਲੈ ਕੇ ਜਿੱਥੋਂ ਬਿਜਾਈ ਸ਼ੁਰੂ ਹੁੰਦੀ ਹੈ ਬੀਜ ਦੀ, ਔਰ ਜਦੋਂ ਫਸਲ ਕੱਟੀ ਜਾਂਦੀ ਹੈ ਉਦੋਂ ਤੱਕ ਅਸੀਂ ਉਹ ਜ਼ਿਮੀਂਦਾਰ ਦੇ ਪੈਕੇਜ ਆਫ ਪ੍ਰੈਕਟਿਸ ਹਰ ਅਲੱਗ-ਅਲੱਗ ਕ੍ਰੌਪ ਦਾ ਅਸੀਂ ਬਣਾ ਕੇ ਰੱਖਿਆ ਹੁੰਦਾ ਜੀ। ਔਰ ਉਸ ਜ਼ਿਮੀਂਦਾਰ ਨੂੰ ਅਸੀਂ ਵਰਬਲੀ ਵੀ ਸਾਰਾ ਕੁਝ ਸਮਝਾਉਂਦੇ ਹਾਂ ਵੀ ਆਹ ਬੀਜ ਦੇ ਵਿੱਚ ਇੰਨਾ ਬੀਜ ਪੈਣਾ ਜੀ, ਇੰਨੀ ਖਾਦ ਪੈਣੀ ਹੈ ਜੀ, ਔਰ ਇਹ ਤੁਸੀਂ ਕਰਨਾ। ਉਹਦੇ ਵਿੱਚ ਮਤਲਬ ਕਿ ਇਸੇ ਕਰਕੇ ਜ਼ਿਮੀਂਦਾਰਾਂ ਦਾ ਵਿਸ਼ਵਾਸ ਸਾਡੇ 'ਚ ਬਹੁਤ ਬਣਿਆ, ਕਿਉਂਕਿ ਜਿੰਨਾ ਵੀ ਅਸੀਂ ਸੀਡ ਦਿੰਦੇ ਹਾਂ ਜੀ, ਜਿੰਨੀ ਦੇਰ ਮੇਰੀ ਨਿਗਾਹ ਦੇ ਵਿੱਚ ਉਹ ਸੀਡ ਨਹੀਂ ਕਾਮਯਾਬ ਹੁੰਦਾ, ਮੈਂ ਉਹ ਮਾਰਕੀਟ ਦੇ ਵਿੱਚ ਨਹੀਂ ਵੇਚਦਾ। ਡੀ.ਕੇ. ਤਿਵਾਰੀ ਜੀ, ਤੁਹਾਡੇ ਤੋਂ ਮੇਰਾ ਸਵਾਲ ਇਹ ਰਹੇਗਾ ਕਿ ਕਿਸਾਨਾਂ ਦਾ ਪਿੱਛੇ ਜੇ ਬਹੁਤ ਨੁਕਸਾਨ ਹੋਇਆ, ਗੁਲਾਬੀ ਸੁੰਡੀ ਕਰਕੇ ਵੀ ਬਹੁਤ ਕਿਸਾਨਾਂ ਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਜੋ ਫਸਲ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਪਰਾਲੀ ਵਾਹੁਣ ਦੀ, ਰਹਿੰਦ ਖੂੰਹਦ ਵਾਹੁਣ ਦੀ, ਉਹਨਾਂ ਦਾ ਬਹੁਤ ਨੁਕਸਾਨ ਹੋਇਆ, ਜਿਸ ਤਰ੍ਹਾਂ ਉਹਨਾਂ ਨਾਲ ਵੀ ਚਰਚਾ ਕੀਤੀ ਜਾ ਰਹੀ ਸੀ। ਉਹ ਕਿਸਾਨ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਹੇ ਨੇ, ਕਿਉਂਕਿ ਕਿਸਾਨ ਜਦੋਂ ਫਸਲ ਬੀਜਦਾ ਹੈ ਤਾਂ ਉਹ ਉਸ ਦਾ ਪ੍ਰੋਡਕਟ ਹੈ, ਉਸ ਦੀ ਕਾਸਟ, ਇੱਕ ਦੁਕਾਨਦਾਰ ਕੋਲੇ ਵੀ ਜਾਈਏ ਅਸੀਂ ਤਾਂ ਉਸ ਦੀ ਹੱਟੀ ਤੇ ਜਾ ਕੇ ਕਈ ਵਾਰ ਅੱਜ ਲਿਖ ਦਿੱਤਾ ਜਾਂਦਾ ਹੈ ਕਿ ਉਧਾਰ ਕਬੂਲ ਨਹੀਂ ਹੈ, ਜਿਸਨੇ ਉਧਾਰ ਲੈਣਾ ਹੈ ਜਾਂ ਦੇਣਾ ਹੈ ਉਹ ਦੁਕਾਨ ਤੇ ਨਾ ਆਵੇ। ਕਿਸਾਨ ਦੇ ਨਾਲ ਇਹ ਨਾਇਨਸਾਫੀ ਕਿਉਂ ਕਿ ਉਸ ਦੀ ਫਸਲਾਂ ਦਾ ਮੁੱਲ ਉਸ ਨੂੰ ਮਿਲਦਾ ਹੀ ਨਹੀਂ ਹੈ, ਉਸ ਨੂੰ ਉਸਦੇ ਆਪਣੇ ਹੱਕ ਦੇ ਲਈ ਵੀ ਸੰਘਰਸ਼ ਕਰਨੇ ਪੈਂਦੇ ਨੇ। देखो जी, इस तरह है, बीइंग ए रिस्पॉन्सिबल टीवी जर्नलिस्ट, आपको इसके ना यू शुड फाइंड आउट सर्टेन फैक्ट्स। पहली गल तो यह है कि इस वेले सरकार ने जिहड़ा मुआवजा पहले हुंदा सी 12,000 रुपये पर एकड़, इनू वधा के 17,000 रुपये पर एकड़ कीता हैगा। ठीक है, सो तुसी ये चीज़ देखो कि जिहड़ा मुआवजा देना है ਉਹਦੇ ਵਿੱਚ ਇਹ ਨਹੀਂ ਹੈ ਸਿਰਫ ਕਿ ਸਰਕਾਰ ਵਚਨਬੱਧ ਹੈ ਕਿ ਦਵੇਗੀ। ਸਰਕਾਰ ਆਪਣੇ ਅੰਦਰੋਂ ਇੱਕ ਸੈਂਸਿਟੀਵਿਟੀ ਵੀ ਰੱਖਦੀ ਹੈ ਕਿ ਜਦੋਂ ਇਹ ਲੱਗਿਆ ਔਰ ਮੰਗ ਸਾਹਮਣੇ ਆਈ, ਕਿਸਾਨ ਯੂਨੀਅਨ ਦੇ ਨਾਲ ਜਦੋਂ ਗੱਲਬਾਤ ਹੋਈ ਤੇ ਇਮੀਡੀਏਟਲੀ ਸਰਕਾਰ ਵੱਲੋਂ ਇਹ ਫੈਸਲਾ ਹੋਇਆ ਕਿ ਅਸੀਂ ਮੁਆਵਜ਼ੇ ਨੂੰ 12,000 ਤੋਂ ਵਧਾ ਕੇ 17,000 ਕਰ ਦੇਵਾਂਗੇ। ਜਦ ਕਿ ਇਹ 12,000 ਹੋਇਆ ਸੀ 2018 ਦੇ ਵਿੱਚ, ਪਰ ਇਸ ਵੇਲੇ ਸਰਕਾਰ ਨੇ ਇਮੀਡੀਏਟਲੀ, ਕਿਉਂਕਿ ਸਰਕਾਰ ਹਰ ਪੱਖੋਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਹੈ, ਸੋ ਗੁਲਾਬੀ ਸੁੰਡੀ ਵਾਲੇ ਕੇਸ ਦੇ ਵਿੱਚ ਪਹਿਲੀ ਗੱਲ ਤਾਂ ਇਮੀਡੀਏਟਲੀ ਇਹ ਸਾਹਮਣੇ ਆਈ ਸੀ ਵੀ ਮੁਆਵਜ਼ਾ ਵਧਾਇਆ ਜਾਵੇ, ਉਹ ਵਧਾਤਾ। ਦੂਜੀ ਗੱਲ ਇਹ ਆਈ ਕਿ ਭਈ ਇਹ ਉਪਰਾਲੇ ਕੀਤੇ ਜਾਣ ਕਿ ਅੱਗੇ ਤੋਂ ਜਿਹੜੀ ਇਹ ਨਰਮੇ ਦੀ ਫਸਲ ਹੈ ਇਸ 'ਤੇ ਕਿਸੇ ਕਿਸਮ ਦੀ ਬਿਮਾਰੀ ਨਾ ਲੱਗੇ, ਖਾਸ ਤੌਰ 'ਤੇ ਗੁਲਾਬੀ ਸੁੰਡੀ ਜੀ। ਇਹਦੇ ਵਿੱਚ ਅਸੀਂ ਵਿੰਟਰ ਸੈਸ਼ਨ ਦੇ ਦੌਰਾਨ ਪੂਰਾ ਵਿਲੇਜ ਟੂ ਵਿਲੇਜ ਇੱਕ ਪ੍ਰੋਗਰਾਮ ਆਲਰੇਡੀ ਬਣਾ ਲਿਆ ਹੈਗਾ, ਔਰ ਇਸ ਦੇ ਨਾਲ ਹੀ ਇੱਕ ਦੋ ਕੰਪਨੀਆਂ ਹੈਗੀਆਂ ਜਿਹੜੀਆਂ ਇੱਕ ਡਿਫਰੈਂਟ ਟੈਕਨੋਲੋਜੀ ਲੈ ਕੇ ਆ ਰਹੀਆਂ ਨੇ, ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ,
ਕਿਉਂਕਿ ਉਹ ਟੈਕਨੋਲੋਜੀ ਬਹੁਤ ਕੋਸਟਲੀ ਹੈ, ਇਸ ਕਰਕੇ ਹਾਲੇ ਉਸ 'ਤੇ ਫਾਈਨਲ ਡਿਸੀਜਨ ਨਹੀਂ ਹੋਇਆ ਹੈਗਾ, ਕਿਉਂਕਿ ਕਿਸਾਨ ਸਪਰੇਅ ਕਰਦਾ ਹੈਗਾ ਨਰਮੇ ਦੇ ਵਿੱਚ। ਬਟ ਇੱਕ ਟਿਊਬ ਆਉਂਦੀ ਹੈਗੀ ਜਿਹਦਾ ਪਲਾਂਟ ਦੇ ਵਿੱਚ ਲਗਾ ਦਿੰਦੇ ਨੇ, ਉਸ ਦੇ ਕਰਕੇ ਜਿਹੜੀ ਮੇਟਿੰਗ ਹੁੰਦੀ ਹੈ, ਜਿਹੜੇ ਕੀਟ ਵਗੈਰਾ ਹੁੰਦੇ ਨੇ ਉਹ ਨਹੀਂ ਹੁੰਦੀ ਹੈ, ਔਰ ਉਸ ਦੇ ਨਾਲ ਕੀਟ ਦਾ ਲੋਡ ਨਹੀਂ ਵੱਧਦਾ ਹੈਗਾ, ਔਰ ਉਸ ਦੇ ਕਰਕੇ ਫਸਲ ਖਰਾਬ ਨਹੀਂ ਹੁੰਦੀ ਹੈ। ਸੋ ਇਹ ਸਾਰੀ ਚੀਜ਼ਾਂ ਅਸੀਂ ਦੇਖ ਰਹੇ ਹਾਂ। ਮੁੱਲ ਦੇ ਬਾਰੇ ਵੀ ਗੱਲ ਚੱਲ ਰਹੀ ਹੈ, ਕਿਉਂਕਿ ਮੁੱਲ ਦੇ ਬਾਰੇ ਰਾਦਰ ਅੱਜ ਹੀ ਇੱਕ ਗੱਲ ਚੱਲ ਰਹੀ ਸੀ ਕਿ ਕੁਛ ਨਾ ਕੁਛ ਇਹੋ ਜਿਹਾ ਸਿਸਟਮ ਕੀਤਾ ਜਾਵੇ। ਇੱਕ ਮੰਗ ਤਾਂ ਹੁੰਦੀ ਹੈ ਵੀ ਕਿ ਜਿਹੜੀ MSP ਵਗੈਰਾ ਗੌਰਮੈਂਟ ਆਫ ਇੰਡੀਆ ਡਿਕਲੇਅਰ ਕਰਦੀ ਹੈ, ਬਟ ਕੋਈ ਪਾਲਿਸੀ ਸਟੇਟ ਗੌਰਮੈਂਟ ਆਪਣੇ ਪੱਧਰ 'ਤੇ ਬਣਾ ਸਕਦੀ ਹੈਗੀ ਤਾਂ ਕਿ ਇੱਕ ਪਰਟੀਕੂਲਰ, ਕਿਉਂਕਿ ਕੋਈ ਵੀ ਕਰੋਪ ਅਸੀਂ ਜਦੋਂ ਲਗਾਉਂਦੇ ਹਾਂ, ਕਿਸਾਨ ਨੂੰ ਜੇ ਕਰੋਪ ਬੀਜਣ ਤੋਂ ਪਹਿਲੇ ਪਤਾ ਹੋਵੇ ਕਿ ਭਈ ਇਸ ਕਰੋਪ ਦਾ ਰੇਟ ਉਹਨੂੰ ਬਾਜ਼ਾਰ ਦੇ ਵਿੱਚ ਕੀ ਮਿਲੇਗਾ, ਤੇ ਸਰਟਨਲੀ ਉਹਦੀ ਪਰਸੈਂਟੇਜ ਵਧਾਈ ਜਾ ਸਕਦੀ ਉਸ ਪਰਟੀਕੂਲਰ ਕਰੋਪ ਦੀ। ਜਿਹੜੀ ਡਾਈਵਰਸੀਫਿਕੇਸ਼ਨ ਦੀ ਗੱਲ ਤੁਸੀਂ ਡਾਇਰੈਕਟਰ ਸਾਹਿਬ ਨੂੰ ਪੁੱਛੀ ਸੀ, ਐਕਚੁਅਲੀ 9 ਦਸੰਬਰ ਨੂੰ ਅਸੀਂ ਇਸ ਗੌਰਮੈਂਟ ਆਫ ਇੰਡੀਆ ਲੈਵਲ 'ਤੇ ਡਾਈਵਰਸੀਫਿਕੇਸ਼ਨ ਦੀ ਇੱਕ ਕਾਨਫਰੰਸ ਕੀਤੀ ਸੀ, ਮੋਹਾਲੀ ਦੇ ਵਿੱਚ ਹੋਈ ਸੀ, ਔਰ ਉਸ ਦੇ ਬਾਰੇ ਵੀ ਜਿਹੜੇ ਵੀ ਐਕਸਪਰਟ ਨੇ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਔਰ ਉਸ ਦੇ ਵਿੱਚ ਇਹ ਸਾਰੇ ਮੁੱਦੇ ਆਏ ਸਨ। ਮੇਨ ਮੁੱਦਾ ਤੁਹਾਡਾ ਮੈਕਨਾਈਜੇਸ਼ਨ ਦਾ ਵੀ ਆਇਆ ਸੀ, ਕਿਉਂਕਿ ਅੱਗੇ ਤੋਂ ਅੱਗੇ ਜਿਹੜੀ ਲੇਬਰ ਹੈ ਉਹ ਵੀ ਕੋਸਟਲੀ ਹੋਣੀ ਹੈ ਕਿਸਾਨ ਵਾਸਤੇ। ਸੋ ਕਿਸ ਤਰੀਕੇ ਨਾਲ ਮੈਕਨਾਈਜੇਸ਼ਨ ਨੂੰ ਵਧਾਇਆ ਜਾ ਸਕਦਾ ਹੈ, ਕਿਸ ਤਰੀਕੇ ਨਾਲ ਇਮੀਡੀਏਟਲੀ ਜਿਹੜੀ ਇਨੀਸ਼ੀਅਲ ਕੋਸਟ ਹੈ ਉਸ 'ਤੇ ਸਬਸਿਡੀ ਦੇ ਕੇ, ਔਰ ਬਾਕੀ ਜਿਹੜਾ ਕਲੈਕਟਿਵ ਰੂਪ 'ਤੇ, ਕਿਉਂਕਿ ਅਸੀਂ ਇਸ ਵਾਰੀ ਕੋਸ਼ਿਸ਼ ਇਹ ਵੀ ਕੀਤੀ ਹੈ ਕਿ ਪੰਚਾਇਤਾਂ ਨੂੰ, ਕੋਆਪਰੇਟਿਵ ਸੁਸਾਇਟੀਆਂ ਨੂੰ ਅਤੇ ਕਿਸਾਨਾਂ ਦੇ ਜਿਹੜੇ ਵੱਡੇ ਗਰੁੱਪ ਨੇ, ਜਿਹੜੇ ਕਿਸਾਨਾਂ ਨੇ ਆਪਣਾ ਗਰੁੱਪ ਬਣਾ ਲਿਆ, ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਸਬਸਿਡਾਈਜ਼ਡ ਮਸ਼ੀਨਰੀ ਉਪਲਬਧ ਕਰਾਈ ਜਾਵੇ, ਤਾਂ ਜੋ ਉਹ ਫਿਰ ਅੱਗੇ ਛੋਟੇ ਕਿਸਾਨਾਂ ਨੂੰ, ਬਾਕੀਆਂ ਨੂੰ ਉਹ ਕਿਰਾਏ 'ਤੇ ਮੁਹੱਈਆ ਕਰਾ ਸਕਣ, ਕਿਉਂਕਿ ਹਰ ਕਿਸਾਨ ਖਰੀਦ ਨਹੀਂ ਸਕਦਾ। ਸੋ ਇਹ ਦੋ ਚੀਜ਼ਾਂ ਤਾਂ ਇਮੀਡੀਏਟਲੀ ਅਸੀਂ ਕਰ ਦਿੱਤੀਆਂ ਨੇ। ਬਟ ਸਾਡੀ ਜਿਸ ਤਰ੍ਹਾਂ ਗੱਲਬਾਤ ਚੱਲ ਰਹੀ ਹੈ, ਮੈਂ ਇਹ ਸਮਝਦਾ ਹਾਂ ਕਿ ਅਸੀਂ ਇਸ ਚੀਜ਼ ਨੂੰ ਵੀ ਦੇਖਾਂਗੇ ਕਿ ਕਿਸ ਤਰੀਕੇ ਨਾਲ ਇਨਪੁਟ ਦੀ ਲਾਗਤ ਨੂੰ ਘਟਾਉਣਾ ਹੈ, ਔਰ ਇਹ ਵੀ ਦੇਖਾਂਗੇ ਕਿ ਇੱਕ ਐਸ਼ੋਰੈਂਸ ਬੇਸ ਕਿਸ ਤਰ੍ਹਾਂ ਦੇ ਬਣਾਇਆ ਜਾ ਸਕਦਾ ਹੈ, ਤਾਂ ਜੋ ਕਿਸਾਨ ਅਗਰ ਡਾਈਵਰਸੀਫਿਕੇਸ਼ਨ ਕਰਨਾ ਚਾਹੁੰਦਾ ਹੈਗਾ ਦੂਸਰੀ ਕ੍ਰੌਪਸ ਦੇ ਵੱਲ, ਤੇ ਉਹ ਕਰ ਸਕੇ। ਬਿਲਕੁਲ। ਸੋ ਇਸ ਪੈਨਲ ਰਾਹੀਂ ਜੋ ਗੱਲਬਾਤ ਕੀਤੀ ਗਈ ਤਮਾਮ ਉਹਨਾਂ ਮਾਹਰਾਂ ਦੇ ਨਾਲ, ਤਮਾਮ ਉਹਨਾਂ ਲੋਕਾਂ ਦੇ ਨਾਲ ਜੋ ਇੱਕ ਕੜੀ ਬਣਦੇ ਨੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਲੈ ਕੇ ਦੇਣ ਦੇ ਲਈ, ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਕੋਸ਼ਿਸ਼ ਇਹੀ ਇਸ ਪੈਨਲ ਰਾਹੀਂ ਕਿ ਅੱਜ ਜੋ ਨੌਜਵਾਨ ਖੇਤੀ ਤੋਂ ਭੱਜਦਾ ਨਜ਼ਰ ਆਉਂਦਾ ਹੈ, ਉਹ ਆਪਣੇ ਆਪ ਨੂੰ ਇੰਨਾ ਸੁਰੱਖਿਅਤ ਮਹਿਸੂਸ ਕਰੇ ਖੇਤੀ ਦੇ ਹੱਥਾਂ ਦੇ ਵਿੱਚ ਕਿ ਉਹ ਖੁਦ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਆਪਣੇ ਖੇਤ ਦੇ ਵਿੱਚ ਮਿੱਟੂ ਮਿੱਟੀ ਹੋਣਾ ਪਸੰਦ ਕਰੇ, ਨਾ ਕਿ ਵੱਡੇ ਵੱਡੇ ਇੰਡਸਟਰੀਅਲ ਟਾਊਨਸ ਦੇ ਵਿੱਚ ਜੋ ਪੋਲਿਊਸ਼ਨ ਹੈ ਉਸ ਦੇ ਨਾਲ ਮਿੱਟੂ ਮਿੱਟੀ ਹੋਵੇ। ਕੋਸ਼ਿਸ਼ ਇਹੀ ਕਿ ਨੌਜਵਾਨਾਂ ਨੂੰ ਹੁੰਗਾਰਾ ਮਿਲੇ, ਪੰਜਾਬ ਦੀ ਖੇਤੀ ਨੂੰ ਹੁੰਗਾਰਾ ਮਿਲੇ। ਇਸ ਪੈਨਲ ਦੇ ਵਿੱਚ ਜੋ ਤਮਾਮ ਮਹਿਮਾਨ ਸਾਡੇ ਨਾਲ ਜੁੜੇ, ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਈ। ਧੰਨਵਾਦ ਸਰ।